ठीक है ना। ਜਿਹੜੀ ਇਹ ਵਾਲਾ ਮਾਡਲ ਆ ਨਾ ਇਹ ਹੈਗਾ ਗਾ ਉੱਥੇ ਅਪਲਾਈ ਹੁੰਦਾ ਜਿੱਥੇ ਪਹਿਲਾਂ ਛੁਪੀ ਹੋਈ ਬੇਰੁਜ਼ਗਾਰੀ ਜ਼ਿਆਦਾ ਪਾਈ ਜਾਂਦੀ ਸੀ। ਠੀਕ ਹੈ, ਛੁਪੀ ਹੋਈ ਬੇਰੁਜ਼ਗਾਰੀ ਦਾ ਮਤਲਬ ਇਹ ਹੁੰਦਾ ਕਿ ਜਿੱਥੇ ਲੋੜ ਤੋਂ ਵੱਧ ਮਜ਼ਦੂਰ ਲੱਗੇ ਹੋਣ। ਜਿਵੇਂ ਆਪਣੇ ਕੋਲ 1 ਹੈਕਟੇਅਰ ਖੇਤ ਹੈ, ਉਹਦੇ 'ਤੇ ਜੇ 2 ਵਿਅਕਤੀ ਕੰਮ ਕਰ ਰਹੇ ਨੇ ਤਾਂ ਉਹ ਵਧੀਆ ਕੰਮ ਕਰ ਸਕਦੇ ਨੇ, ਪਰ ਅਸੀਂ ਉੱਥੇ 2 ਦੀ ਜਗ੍ਹਾ 'ਤੇ 5 ਵਿਅਕਤੀਆਂ ਤੋਂ ਕੰਮ ਕਰਵਾ ਰਹੇ ਹਾਂ। ਠੀਕ ਹੈ, ਹੁਣ ਜਿਹੜੇ ਐਕਸਟਰਾ 3 ਵਿਅਕਤੀ ਹੋ ਗਏ ਉਹ ਤੁਹਾਡੇ ਵਾਸਤੇ ਫਾਲਤੂ ਨੇ, ਹੈ ਨਾ। ਉਹ ਸਾਡੀ ਇਕੋਨਮੀ ਦੇ ਵਿੱਚ ਉਹਨਾਂ ਨੂੰ ਆਪਾਂ ਛੁਪੇ ਹੋਏ ਬੇਰੁਜ਼ਗਾਰ ਦਾ ਨਾਮ ਦਿੰਦੇ ਹਾਂ। ਠੀਕ ਹੈ, ਹੁਣ ਇਹ ਜਿਹੜੇ ਘੱਟ ਵਿਕਸਿਤ ਦੇਸ਼ ਨੇ ਉੱਥੇ ਮੋਸਟਲੀ ਕੀ ਪਾਈ ਜਾਂਦੀ ਹੈ, ਛੁਪੀ ਹੋਈ ਬੇਰੁਜ਼ਗਾਰੀ ਪਾਈ ਜਾਂਦੀ ਹੈ। ਤਾਂ ਉਹਦੇ ਵਿੱਚ ਪੂੰਜੀ ਨਿਰਮਾਣ ਨੂੰ ਮਤਲਬ ਡਿਸਕਵਰ ਕਰਨ ਲਈ ਜਾਂ ਉਹਨੂੰ ਬਣਾਉਣ ਦੇ ਲਈ ਲੋਇੰਸ ਨੇ ਇੱਕ ਮਾਡਲ ਦਿੱਤਾ ਸੀਗਾ। ਕਿਉਂ ਦਿੱਤਾ ਸੀ ਉਹਨੇ ਕਿਹਾ ਸੀਗਾ ਵੀ ਜੇ ਉਹ ਵਾਲੇ ਛੁਪੇ ਹੋਏ ਬੇਰੁਜ਼ਗਾਰਾਂ ਨੂੰ ਉੱਥੋਂ ਹਟਾ ਕੇ ਕਿਤੇ ਹੋਰ ਲਗਾ ਦਿੱਤਾ ਜਾਵੇ ਜਾਂ ਜਿੱਥੇ ਲੋੜ ਹੈ ਉੱਥੇ ਲਗਾਇਆ ਜਾਵੇ ਤਾਂ ਕਿ ਸਾਡੀ ਕੈਪੀਟਲ ਨੂੰ ਹੋਰ ਵਧਾਇਆ ਜਾ ਸਕੇ, ਤਾਂ ਉਹਨੇ ਉਹਦੇ ਵਾਸਤੇ ਇੱਕ ਮਾਡਲ ਤਿਆਰ ਕੀਤਾ ਜਿਹਨੂੰ ਲੋਇੰਸ ਦਾ ਮਾਡਲ ਕਹਿੰਦੇ ਨੇ। ਕਲੀਅਰ ਹੈ ਬੇਟਾ। ਕਹਿੰਦੇ ਇਸ ਮਾਡਲ ਦੇ ਵਿੱਚ ਕੀ ਹੈ, ਜਿਹੜੇ ਅਲਪ ਵਿਕਸਿਤ ਦੇਸ਼ ਦਾ ਮਤਲਬ ਹੁੰਦਾ ਜਿਹੜੇ ਘੱਟ ਵਿਕਸਿਤ ਦੇਸ਼ ਨੇ। ਠੀਕ ਹੈ, ਉੱਥੇ ਜਿਹੜੀ ਲੇਬਰ ਹੈ ਉਹ ਲੇਬਰ ਐਂ ਤੁਰੀ ਫਿਰਦੀ ਹੈ, ਉਹਨੂੰ ਕੰਮ ਨਹੀਂ ਮਿਲਦਾ ਹੈਗਾ, ਮਤਲਬ ਅਨਲਿਮਿਟਿਡ ਲੇਬਰ ਫਿਰਦੀ ਹੈ। ਠੀਕ ਹੈ, ਉਹ ਅਨਲਿਮਿਟਿਡ ਲੇਬਰਸ ਨੂੰ ਤਾਂ ਕੰਮ ਮਿਲੂਗਾ ਜੇਕਰ ਉੱਥੇ ਪੂੰਜੀ ਦਾ ਨਿਰਮਾਣ ਹੋਊਗਾ। ਤਾਂ ਇਸ ਮਾਡਲ ਦੇ ਵਿੱਚ ਇਹ ਗੱਲ ਲਿਖੀ ਗਈ ਸੀਗੀ ਕਿ ਜੇਕਰ ਅਸੀਂ ਕਹਿੰਦੇ ਆਪਾਂ ਲੇਬਰਸ ਨੂੰ ਜਿਹੜੇ ਬੇਰੁਜ਼ਗਾਰ ਨੇ ਆਪਾਂ ਕਿਸੇ ਹੋਰ ਸੈਕਟਰ ਦੇ ਵਿੱਚ ਟਰਾਂਸਫਰ ਕਰ ਦਈਏ ਤਾਂ ਕਿ ਸਾਡੀ ਜਿਹੜੀ ਕੈਪੀਟਲ ਆ ਉਹਨੂੰ ਹੋਰ ਵਧਾਇਆ ਜਾ ਸਕੇ। ਤਾਂ ਉਹਨੇ ਕਿਹਾ ਸੀਗਾ ਕਿ ਦੇਸ਼ ਜਿਹੜੇ ਨੇ ਉਹ ਆਪਣੀ ਇਨਵੈਸਟਮੈਂਟ ਨੂੰ ਵਧਾਉਣ। ਪਹਿਲਾਂ ਇਨਵੈਸਟਮੈਂਟ ਜਿਹੜੀ ਸੀ ਉਹ 5 ਤੋਂ 10% ਹੁੰਦੀ ਸੀ, ਪਰ ਉਹ ਕਹਿੰਦਾ ਜੇ ਤੁਸੀਂ ਇਕਨੋਮੀ ਨੂੰ ਡਿਵੈਲਪ ਕਰਨਾ ਗਾ ਤਾਂ ਤੁਸੀਂ ਆਪਣੀ ਜਿਹੜੀ ਪਰਸੈਂਟੇਜ ਆ ਉਹਨੂੰ ਇਨਵੈਸਟਮੈਂਟ ਦੀ ਪਰਸੈਂਟੇਜ ਨੂੰ ਵਧਾਓ, 15 ਤੋਂ 20% ਕਰੋ। ਠੀਕ ਹੈ, ਜਦੋਂ ਉਹਨੇ ਇਹ ਵਾਲਾ ਮਾਡਲ ਬਣਾਇਆ ਉਹ ਕੁਝ 4 ਗੱਲਾਂ ਨੂੰ ਮੰਨ ਕੇ ਬਣਾਇਆ ਉਹਨੇ। ਠੀਕ ਹੈ, ਸਭ ਤੋਂ ਪਹਿਲਾਂ ਉਹਨੇ ਜਿਹੜੀ ਗੱਲ ਕਹੀ ਉਹ ਕਹਿੰਦਾ ਕਿ ਜਿਹੜੇ ਦੇਸ਼ ਅਲਪ ਵਿਕਸਿਤ ਨੇ ਮਤਲਬ ਅੰਡਰ ਡਿਵੈਲਪ ਨੇ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਕੀ ਨੇ, ਬੇਰੁਜ਼ਗਾਰ ਨੇ, ਛੁਪੇ ਹੋਏ ਬੇਰੁਜ਼ਗਾਰ ਨੇ, ਅਤੇ ਉਹਨਾਂ ਦੀ ਜਿਹੜੀ ਆਮਦਨ ਹੈ ਉਹ 0 ਦੇ ਬਰਾਬਰ ਹੈ। ਪਹਿਲੀ ਅਜੰਪਸ਼ਨ ਉਹ ਇਹ ਲੈ ਕੇ ਚੱਲਿਆ ਕਿ ਦੇਸ਼ ਕਿਹੜਾ ਹੋਊਗਾ, ਅਲਪ ਵਿਕਸਿਤ ਹੋਊਗਾ, ਉੱਥੇ ਬਹੁਤ ਜ਼ਿਆਦਾ ਛੁਪੀ ਹੋਈ ਬੇਰੁਜ਼ਗਾਰੀ ਪਾਈ ਜਾਂਦੀ ਹੈ ਅਤੇ ਉਹਨਾਂ ਦੀ ਉਤਪਾਦਕਤਾ ਉਹ 0 ਹੋਊਗੀ। ਠੀਕ ਹੈ, ਇੱਕ ਤਾਂ ਇਹ ਗੱਲ ਮੰਨ ਕੇ ਚੱਲਿਆ। ਦੂਸਰੀ ਉਹ ਗੱਲ ਮੰਨ ਕੇ ਚੱਲਿਆ ਕਿ ਇਹਦੇ ਵਿੱਚ ਮਜ਼ਦੂਰਾਂ ਦੀ ਜਿਹੜੀ ਆਪਾਂ ਜੋ ਬਣਾਉਂਦੇ ਹਾਂ ਗ੍ਰਾਫ ਬਣਾਉਂਦੇ ਹਾਂ ਤਾਂ ਉਹਨਾਂ ਦੀ ਜਿਹੜੀ ਪੂਰਤੀ ਆ ਉਹ ਲੋਚਦਾਰ ਹੋਊਗੀ। ਠੀਕ ਹੈ, ਫਿਰ ਤੀਸਰੀ ਗੱਲ ਉਹ ਮੰਨ ਰਿਹਾ ਹੈ ਕਿ ਜੇਕਰ ਇਹਦੇ ਵਿੱਚ ਕਿੰਨੀਆਂ ਇਕੋਨਮੀਜ਼ ਹੋਣਗੀਆਂ, 2। ਦੋਹਰਾਪਨ ਦਾ ਮਤਲਬ 2 ਇਕੋਨਮੀਜ਼ ਹੋਣਗੀਆਂ। ਇੱਕ ਤਾਂ ਹੋਏਗੀ ਕੈਪੀਟਲਿਸਟਿਕ ਸੈਕਟਰ ਜਿਹੜੀ ਕਿ ਅਮੀਰ ਹੈ, ਕੈਪੀਟਲਿਸਟਿਕ ਸੈਕਟਰ ਦਾ ਮਤਲਬ ਜਿਹੜੀ ਕਿ ਅਮੀਰ ਹੈ। ਦੂਸਰੀ ਹੈਗੀ ਹੈ ਸਬਸਿਸਟੈਂਸ ਜਾਂ ਪ੍ਰਾਇਮਰੀ, ਜਿਹਨੂੰ ਪ੍ਰਾਥਮਿਕ ਵੀ ਬੋਲਦੇ ਆ, ਇਹ ਜਿਹੜੀ ਗਰੀਬ ਹੈ। ਮੰਨ ਲਓ ਇਹਨਾਂ ਦਾ ਵੇਜ ਰੇਟ ਘੱਟ ਹੁੰਦਾ, ਇਹ ਗੱਲ ਯਾਦ ਰੱਖਣੀ ਜਿਹੜੀ ਕੈਪੀਟਲਿਸਟਿਕ ਹੈਗੀ ਆ ਇਹਨਾਂ ਦੀ ਮਜ਼ਦੂਰੀ ਦਰ ਜ਼ਿਆਦਾ ਹੁੰਦੀ ਹੈ। ਠੀਕ ਹੈ, ਜਿਹੜਾ ਪ੍ਰਾਮਿਰਥਿਕ ਯਾਨੀ ਕਿ ਪ੍ਰਾਇਮਰੀ ਸੈਕਟਰ ਹੈ ਇਹਨਾਂ ਦੀ ਮਜ਼ਦੂਰੀ ਦਰ ਘੱਟ ਹੁੰਦੀ ਹੈ। ਇਹਨਾਂ ਦੀ ਮਜ਼ਦੂਰੀ ਦਰ ਸਿਰਫ ਇੰਨੀ ਹੈ ਕਿ ਬਸ ਟਾਈਮ ਪਾਸ ਹੋ ਜਾਂਦਾ ਸੀ ਬੰਦੇ ਦਾ। ਇਹ ਮਤਲਬ 4 ਗੱਲਾਂ ਨੂੰ ਮੰਨ ਕੇ ਉਹਨੇ ਇਹ ਵਾਲਾ ਮਾਡਲ ਬਣਾਇਆ ਸੀਗਾ। ਹੁਣ ਇਹਦੀ ਗਰੋਥ ਦੀ ਪ੍ਰੋਸੈਸ ਆ ਗਈ। ਪ੍ਰੋਸੈਸ ਆਫ ਗਰੋਥ ਦੇ ਵਿੱਚ ਹੁਣ ਇਹੀ ਬਾਰ-ਬਾਰ ਉਹੀ ਗੱਲਾਂ ਹੁਣ ਰਿਪੀਟ ਕਰ ਰਿਹਾ ਗਾ ਕਿ ਜਿਹੜੇ ਅੰਡਰ ਡਿਵੈਲਪ ਦੇਸ਼ ਨੇ ਉਹਨਾਂ ਦੇ ਵਿੱਚ ਲੇਬਰ ਜਿਹੜੀ ਹੈ ਅਨਲਿਮਿਟਿਡ ਤੁਰੀ ਫਿਰਦੀ ਹੈ, ਜਿਹੜੀ ਕਿ ਛੁਪੇ ਹੋਏ ਬੇਰੁਜ਼ਗਾਰ ਹੈ, ਉਹਨਾਂ ਨੂੰ ਹੋਰ ਸੈਕਟਰ ਦੇ ਵਿੱਚ ਟਰਾਂਸਫਰ ਕਰਕੇ ਕੀ ਕਰਨਾ ਗਾ, ਪੂੰਜੀ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਜਿਹੜੇ ਖੇਤਰ ਆ, ਇੱਕ ਤਾਂ ਆਇਆ ਸੀ ਪੂੰਜੀਵਾਦ, ਤੁਹਾਨੂੰ ਮੈਂ ਦੱਸਤਾ ਉਹ ਖੇਤਰ ਜਿਹਦੇ ਵਿੱਚ ਪ੍ਰੋਡਕਸ਼ਨ, ਇਨਕਮ ਅਤੇ ਪੂੰਜੀ ਉੱਚੀ ਹੁੰਦੀ ਹੈ। ਠੀਕ ਹੈ, ਦੂਸਰਾ ਪ੍ਰਾਇਮਰੀ ਖੇਤਰ ਜਿੱਥੇ ਪ੍ਰੋਡਕਸ਼ਨ, ਆਮਦਨ ਅਤੇ ਪੂੰਜੀ ਘੱਟ ਹੁੰਦੀ ਹੈ। ਇਹ ਤਾਂ ਗੱਲ ਕਲੀਅਰ ਹੋ ਗਈ। ਫਿਰ ਇਹਦੇ ਵਿੱਚ ਇਹ ਹੈ ਕਿ ਇਹ ਆਪਾਂ ਗੱਲ ਕਰੀਏ ਕਹਿੰਦੇ ਜਿਹੜੀ ਕੈਪੀਟਲਿਸਟਿਕ ਦੀ ਮਜ਼ਦੂਰੀ ਆ ਉਹ ਜਿਹੜੀ ਪ੍ਰਾਈਵੇਟ ਸੈਕਟਰ ਹੈ ਉਹਨਾਂ ਦੀ ਮਜ਼ਦੂਰੀ ਨਾਲੋਂ ਜ਼ਿਆਦਾ ਹੋਊਗੀ। ਉਹ ਤਾਂ ਬਾਰ-ਬਾਰ ਉਹੀ ਗੱਲਾਂ ਬਾਰ-ਬਾਰ ਰਿਪੀਟ ਕਰ ਰਹੇ ਨੇ। ਠੀਕ ਹੈ, ਅਗਲੀ ਪਿਕਚਰ ਆਪਾਂ ਕਰਦੇ ਹਾਂ। ਇੰਨਾ ਕੁ ਸਮਝ ਆਇਆ ਬੇਟਾ? ਹੁਣ ਨੈਕਸਟ ਟੌਪਿਕ ਆਉਂਦਾ ਗਾ ਕਿ ਜੋ ਲੂਇਸ ਦਾ ਮਾਡਲ ਬਣਿਆ ਸੀ ਤਾਂ ਉਹਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਨੇ। ਠੀਕ ਹੈ, ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਕਿਰਤੀਆਂ ਨੂੰ ਗਤੀਸ਼ੀਲ ਕਰਨਾ। ਗਤੀਸ਼ੀਲ ਦਾ ਮਤਲਬ ਕਿ
ਪ੍ਰਾਈਵੇਟ ਸੈਕਟਰ ਤੋਂ ਕੱਢ ਕੇ ਕੈਪੀਟਲਿਸਟਿਕ ਸੈਕਟਰ ਵੱਲ ਲੈ ਕੇ ਜਾਣਾ, ਤਾਂ ਕਿ ਉਹਨਾਂ ਦੀ ਜਿਹੜੀ ਉਤਪਾਦਕਤਾ ਜ਼ੀਰੋ ਨਾ ਹੋਵੇ, ਸਗੋਂ ਵਧੇ। ਮੇਰੀ ਗੱਲ ਸਮਝ ਆ ਗਈ? ਆ ਦੇਖੋ ਇੱਥੇ ਲਿਖਿਆ ਕਿ ਉਹਨਾਂ ਆਦਮੀਆਂ ਨੂੰ ਜਿਹੜੇ ਛੁਪੇ ਹੋਏ ਬੇਰੁਜ਼ਗਾਰ ਨੇ, ਉਹਨਾਂ ਨੂੰ ਕਿਹੜੇ ਸੈਕਟਰ 'ਚ ਭੇਜਣਾ? ਪੂੰਜੀਵਾਦ ਸੈਕਟਰ 'ਚ ਭੇਜਣਾ। ਠੀਕ ਹੈ, ਤਾਂ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਵੂਮਨਸ ਨੂੰ ਵੀ, ਔਰਤਾਂ ਨੂੰ ਵੀ ਪੂੰਜੀਵਾਦ ਸੈਕਟਰ ਵਿੱਚ ਹੀ ਰੁਜ਼ਗਾਰ ਦੇਣਾ ਚਾਹੀਦਾ, ਜਿਹਦੇ ਕਰਕੇ ਕੀ ਹੋਊਗਾ, ਦੇਸ਼ ਦੇ ਵਿੱਚ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਅਤੇ ਉਸ ਸੈਕਟਰ ਦੇ ਵਿੱਚ ਰੁਜ਼ਗਾਰ ਮਿਲਣ ਕਰਕੇ ਪੂੰਜੀ ਦਾ ਨਿਰਮਾਣ ਜ਼ਿਆਦਾ ਹੋਊਗਾ। ਠੀਕ ਹੈ ਜੀ। ਹੁਣ ਇਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਮਜ਼ਦੂਰ ਨੇ ਉਹ ਸਕਿਲਡ ਨਹੀਂ ਹੈਗੇ, ਉਹਨਾਂ ਨੂੰ ਕੰਮ ਨਹੀਂ ਆਉਂਦਾ ਹੈਗਾ, ਤਾਂ ਇਹਦੇ ਵਾਸਤੇ ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਦੇਣੀ ਚਾਹੀਦੀ ਆ? ਨੌਲੇਜ ਦੇਣੀ ਚਾਹੀਦੀ ਹੈ, ਟ੍ਰੇਨਿੰਗ ਦੇਣੀ ਚਾਹੀਦੀ ਹੈ, ਤਾਂ ਕਿ ਉਹ ਆਪਣੇ ਕੰਮ ਦੇ ਵਿੱਚ ਮਾਹਿਰ ਹੋ ਸਕਣ। ਪਹਿਲੀ ਵਿਸ਼ੇਸ਼ਤਾ ਇਹਦੀ ਇਹ ਸੀਗੀ। ਦੂਸਰੀ ਇਹਦੀ ਵਿਸ਼ੇਸ਼ਤਾ ਇਹ ਹੈਗੀ ਆ ਕਿ ਇਹਦੇ ਵਿੱਚ ਪੂੰਜੀਵਾਦ, ਦੇਸ਼ੀ ਦਾ ਮਤਲਬ ਹੁੰਦਾ ਹੈ ਲਾਭ, ਸਰਪਲਸ, ਕਿਉਂਕਿ ਆਪਾਂ ਬਾਰ-ਬਾਰ ਇੱਕੋ ਹੀ ਗੱਲ ਬਾਰ-ਬਾਰ ਬੋਲੀ ਜਾ ਰਹੇ ਹਾਂ ਕਿ ਜਿਹੜਾ ਪੂੰਜੀਵਾਦ ਖੇਤਰ ਹੈ ਉਹਦੇ ਵਿੱਚ ਆਮਦਨ ਵੀ ਜ਼ਿਆਦਾ ਹੁੰਦੀ ਹੈ, ਉਸ 'ਚ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਹੈ, ਉਹ 'ਚ ਨਿਵੇਸ਼ ਵੀ ਜ਼ਿਆਦਾ ਹੁੰਦਾ, ਅਤੇ ਉਹਨਾਂ ਦੀ ਮਜ਼ਦੂਰੀ ਦਰ ਵੀ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ। ਜਿਹੜੀ ਪ੍ਰਾਇਮਰੀ ਆ, ਪ੍ਰਾਇਮਰੀ ਦੇ ਵਿੱਚ ਕੀ ਹੈ ਕਿ ਸਿਰਫ ਆਪਣੀ ਜੀਵਨ ਨੂੰ ਨਿਰਵਾਹ ਕਰਨ ਦੇ ਲਈ ਹੀ ਵੇਜਿਸ ਇਕੱਲੀਆਂ ਮਿਲਦੀਆਂ ਸੀਗੀਆਂ, ਕਿ ਆਪਾਂ ਬੰਦਾ ਕੋਈ ਸੇਵ ਨਹੀਂ ਕਰ ਸਕਦਾ ਸੀ। ਠੀਕ ਹੈ, ਤਾਂ ਇਹਦੇ ਵਾਸਤੇ ਉਹਨਾਂ ਨੇ ਇੱਕ ਗ੍ਰਾਫ ਦਿੱਤਾ ਗਾ, ਕਹਿੰਦੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਨਾ, ਪ੍ਰਾਈਵੇਟ ਸੈਕਟਰ ਕੀ ਕਰਦਾ ਸੀਗਾ? ਆਹ ਇੱਕ ਗ੍ਰਾਫ ਹੈ, ਇਹਦੇ ਵਿੱਚ ਇੱਕ ਵੇਜ ਰੇਟ ਹੈ, ਇੱਕ ਸਪਲਾਈ ਹੈ। ਹੁਣ ਤੁਸੀਂ ਇਸ ਕੇਸ 'ਚ ਦੇਖੋ, ਵੇਜ ਰੇਟ ਅਤੇ ਸਪਲਾਈ ਦੇ ਵਿੱਚ ਡਿਫਰੈਂਸ ਬਹੁਤ ਹੈ। ਇਹਦੇ ਵਿੱਚ ਪ੍ਰਾਈਵੇਟ ਨੂੰ ਬਹੁਤ ਬੈਨੀਫਿਟ ਹੁੰਦਾ ਸੀਗਾ। ਠੀਕ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਲੇਬਰ ਸਾਰੀ ਕੀ ਹੈ? ਬੇਰੁਜ਼ਗਾਰ ਪਈ ਹੈ। ਠੀਕ ਹੈ, ਉਹ ਘੱਟ ਰੇਟ ਦੇ ਉੱਤੇ ਲੇਬਰ ਨੂੰ ਹਾਇਰ ਕਰ ਲੈਂਦਾ ਸੀਗਾ, ਜਿਹਦੇ ਕਰਕੇ ਉਹਦੇ ਕੋਲ ਪੈਸਾ ਬਚ ਜਾਂਦਾ ਸੀ, ਉਹਨੂੰ ਗਾਹਾਂ ਤੋਂ ਫਿਰ ਇਨਵੈਸਟ ਕਰ ਦਿੰਦਾ ਸੀਗਾ। ਤਾਂ ਇਹ ਇਸ ਤਰੀਕੇ ਨਾਲ ਹੀ ਜਿਹੜਾ ਸੈਕਟਰ ਹੈ ਇਹ ਚੱਲਦਾ ਰਹਿੰਦਾ ਹੁੰਦਾ ਸੀ। ਹੁਣ ਉਹ ਕਹਿੰਦਾ ਵੀ ਜੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਇਹਨਾਂ ਨੂੰ ਟਰਾਂਸਫਰ ਕਰੋਗੇ ਤਾਂ ਪ੍ਰਾਈਵੇਟ ਸੈਕਟਰ ਉਹਨਾਂ ਨੂੰ ਜੀਵਨ ਨਿਰਬਾਹ ਨਾਲੋਂ ਜ਼ਿਆਦਾ ਵੇਜਿਸ ਦੇਵੇਗਾ। ਜਦੋਂ ਉਹ ਜੀਵਨ ਨਿਰਬਾਹ ਨਾਲੋਂ ਜ਼ਿਆਦਾ ਵੇਜਿਸ ਦੇਵੇਗਾ, ਉਹਦੇ ਨਾਲ ਉਹਨਾਂ ਦਾ ਆਪਣੇ ਆਪ ਜਿਹੜਾ ਰਹਿਣ ਸਹਿਣ ਆ, ਸਟੈਂਡਰਡ ਆਫ ਲਿਵਿੰਗ ਆ, ਉਹ ਇਨਕਰੀਜ਼ ਹੋਣ ਲੱਗ ਜਾਏਗਾ। ਠੀਕ ਹੈ, ਜਿਹਦੇ ਨਾਲ ਪ੍ਰੋਡਕਸ਼ਨ ਦੇ ਵਿੱਚ ਵੀ ਫਰਕ ਪਊਗਾ, ਅਤੇ ਇਸ ਕੇਸ ਦੇ ਵਿੱਚ ਜਿਹੜੀ ਮਾਰਜਨਲ ਯਾਨੀ ਕਿ ਸੀਮਾਂਤ ਪ੍ਰੋਡਕਸ਼ਨ ਹੈ ਉਹ ਕਦੇ ਵੀ ਜ਼ੀਰੋ ਨਹੀਂ ਹੋਏਗੀ। ਠੀਕ ਹੈ, ਫਿਰ ਲੂਇਸ ਨੇ ਤੀਸਰਾ ਕਿਹਾ ਸੀਗਾ ਕਿ ਬੈਂਕਾਂ ਰਾਹੀਂ ਵੀ ਤੁਸੀਂ ਕੈਪੀਟਲ ਨੂੰ ਕੀ ਕਰ ਸਕਦੇ ਹੋ? ਵਧਾ ਸਕਦੇ ਹੋ। ਬੈਂਕਾਂ ਰਾਹੀਂ ਕੀ ਕਹਿੰਦੇ ਆ? ਕਹਿੰਦੇ ਬੈਂਕ ਵੀ ਕੀ ਕਰਦੀ ਹੈ, ਜਿਹੜੇ ਕੈਪੀਟਲਿਸਟਿਕ ਦੇ ਵਿੱਚ ਮਜ਼ਦੂਰ ਲੱਗਣਗੇ, ਠੀਕ ਹੈ, ਉਹਨਾਂ ਨੂੰ ਘੱਟ ਵਿਆਜ ਦੇ ਉੱਤੇ ਕਰਜ਼ਾ ਦੇ ਸਕਦੀ ਹੈ। ਸਾਖ ਦਾ ਮਤਲਬ ਹੁੰਦਾ ਉਧਾਰ ਦੇਣਾ, ਕਰਜ਼ਾ ਦੇਣਾ। ਉਹ ਤਾਂ ਦਿੰਦੀ ਹੈ ਤਾਂ ਕਿ ਉਹ ਵੀ ਆਪਣੇ ਪੈਰਾਂ 'ਤੇ ਆਪ ਖੜੇ ਹੋ ਸਕਣ। ਠੀਕ ਹੈ, ਅਤੇ ਆਪਣੀ ਜਿਹੜੀ ਆ ਕੈਪੀਟਲ ਨੂੰ ਯਾਨੀ ਕਿ ਪੂੰਜੀ ਦਾ ਨਿਰਮਾਣ ਕਰ ਸਕਣ। ਇਹ ਹੋ ਗਏ ਤਿੰਨ ਕੇਸ। ਠੀਕ ਹੈ, ਚੌਥਾ ਕੇਸ ਆਉਂਦਾ ਫਿਰ ਇਹਦੀ ਪ੍ਰੋਸੈਸ ਦਾ ਐਂਡ ਹੋਣਾ। ਹੁਣ ਕਿਉਂਕਿ ਇਹਦੇ ਵਿੱਚ ਕੀ ਆਏਗਾ, ਮੰਨ ਲਓ ਕਹਿੰਦੇ ਪੂੰਜੀ ਨਿਰਮਾਣ ਦੇ ਨਾਲ ਪੂਰਨ ਰੁਜ਼ਗਾਰ ਦੀ ਸਥਿਤੀ ਪੈਦਾ ਹੋ ਜੂਗੀ। ਪੂਰਨ ਰੁਜ਼ਗਾਰ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਮਜ਼ਦੂਰਾਂ ਦੀ ਇੱਕ ਆਰਗੇਨਾਈਜੇਸ਼ਨ 'ਚ ਲੋੜ ਹੈ, ਓਨੇ ਮਜ਼ਦੂਰ ਉਹਦੇ ਕੋਲ ਕੰਮ ਕਰ ਰਹੇ ਨੇ। ਠੀਕ ਹੈ, ਇੱਕ ਤਾਂ ਪੂਰਨ ਰੁਜ਼ਗਾਰ ਦੀ ਸਥਿਤੀ ਪੈਦਾ ਹੋ ਜਾਏਗੀ। ਦੂਸਰੇ ਨੰਬਰ 'ਤੇ ਫਿਰ ਜਿਹੜਾ ਪੂੰਜੀਵਾਦ ਸੈਕਟਰ ਹੈ ਉਹਨੇ ਜੇ ਮਤਲਬ ਮਜ਼ਦੂਰ ਲੈਣੇ ਨੇ, ਤਾਂ ਉਹਨੂੰ ਮਜ਼ਦੂਰੀ ਦਰ ਯਾਨੀ ਕਿ ਵੇਜ ਰੇਟ ਨੂੰ ਕੀ ਕਰਨਾ ਪਏਗਾ? ਵਧਾਉਣਾ ਪਊਗਾ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸਟੈਂਡਰਡ ਆਫ ਲਿਵਿੰਗ ਹੈ ਉਹਨੂੰ ਉੱਚਾ ਚੁੱਕਣ ਦੇ ਲਈ ਅਲੱਗ-ਅਲੱਗ ਟੈਕਨੀਕਸ ਨੂੰ ਅਪਣਾਉਣਾ ਪਏਗਾ। ਠੀਕ ਹੈ, ਉਸ ਤੋਂ ਬਾਅਦ ਕੀ ਆ ਗਿਆ ਕਿ ਇਹਦੇ ਨਾਲ ਫਿਰ ਜਿਹੜਾ ਕੈਪੀਟਲਿਸਟਿਕ ਜਿਹੜੀ ਮਾਰਕੀਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਣ ਲੱਗ ਜਾਏਗਾ। ਅਤੇ ਇਸ ਤਰੀਕੇ ਨਾਲ ਇਹ ਜਿਹੜਾ ਪ੍ਰੋਸੈਸ ਹੈ ਛੁਪੀ ਹੋਈ ਬੇਰੁਜ਼ਗਾਰੀ ਦਾ ਉਹ ਐਂਡ ਵਿੱਚ ਆ ਜਾਏਗਾ। ਨੈਕਸਟ ਲੂਇਸ ਨੇ ਇਹ ਵੀ ਕਿਹਾ ਕਿ ਤੁਸੀਂ ਖੁੱਲ੍ਹੀ ਜਿਹੜੀ ਅਰਥ ਵਿਵਸਥਾ ਹੈ ਯਾਨੀ ਕਿ ਓਪਨ ਇਕੋਨਮੀ ਆ, ਉਹਦੇ ਵਿੱਚ ਵੀ ਤੁਸੀਂ ਇਸ ਮਾਡਲ ਨੂੰ ਅਪਣਾ ਸਕਦੇ ਹੋ। ਮਤਲਬ ਓਪਨ ਇਕੋਨਮੀ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਤੁਸੀਂ ਦੂਜੇ ਦੇਸ਼ਾਂ ਦੇ ਨਾਲ ਲੈਣ ਦੇਣ ਕਰਦੇ ਹੋ। ਜੇ ਤੁਸੀਂ ਇੰਪੋਰਟ ਆਯਾਤ ਅਤੇ ਨਿਰਯਾਤ ਦੋਨੋਂ ਕਰਦੇ ਹੋ, ਉਹਨੂੰ ਬੋਲਦੇ ਆ ਓਪਨ ਇਕੋਨਮੀ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਕਿ ਇੱਕ ਤੁਸੀਂ ਲੇਬਰਸ ਨੂੰ ਮਾਈਗ੍ਰੇਟ, ਮਤਲਬ ਇੱਕ ਤੁਸੀਂ ਪ੍ਰਾਈਵੇਟ ਸੈਕਟਰ ਤੋਂ ਕੈਪੀਟਲ ਸੈਕਟਰ ਵਿੱਚ ਲੈ ਕੇ ਜਾਓ। ਦੂਜੇ ਨੰਬਰ 'ਤੇ ਜਿਹੜੀ ਪੂੰਜੀ ਹੈ ਉਹਨੂੰ ਐਕਸਪੋਰਟ ਕਰੋ। ਜਿੰਨੀ ਜ਼ਿਆਦਾ ਤੁਸੀਂ ਕੈਪੀਟਲਿਸਟਿਕ ਦੇ ਵਿੱਚ ਜਿੰਨੀ ਜ਼ਿਆਦਾ ਇਨਕਮ ਹੋਏਗੀ, ਉਹ ਆਪਣੀ ਇਨਕਮ ਨੂੰ ਫੋਰਨ ਦੇ ਵਿੱਚ ਭੇਜਣਾ ਸ਼ੁਰੂ ਕਰ ਦੂਗੀ, ਜਿਹਦੇ ਕਰਕੇ ਉਹ ਦੇਸ਼ ਦੀ ਜਿਹੜੀ ਇਕੋਨਮੀ ਆ ਉਹ ਆਪਣੇ ਆਪ